Joseph Andrews by Henry Fielding. MA1 semester 1 regular distance private सारे ही स्टूडेंट्स लिए वीडियो है। जोसेफ एंड्रयूज़ कदों लिखिया गया, राइटर बारे इंट्रोडक्शन, सारे ਕਰੈਕਟਰਸ ਬਾਰੇ ਨੌਲੇਜ, ਉਹਨਾਂ ਦੇ ਫੀਚਰਸ, ਦੈਨ ਉਸ ਤੋਂ ਬਾਅਦ ਕਿੰਨੀਆਂ ਬੁੱਕਸ ਹੈ ਇਸ ਦੇ ਵਿੱਚ, ਕਿੰਨੇ ਚੈਪਟਰਸ ਹੈ, ਮੇਨ ਲਿਟਰੇਰੀ ਡਿਵਾਈਸਿਸ ਇਹਦੇ ਨਾਲ ਕਿਹੜੇ ਕਿਹੜੇ ਕਨੈਕਟਡ ਹਨ, ਸਾਰੇ ਹੀ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਜਲਦੀ ਦੇ ਵਿੱਚ। ਜੋਸਫ ਐਂਡਰਿਊਸ ਬਾਏ ਹੈਨਰੀ ਫੀਲਡਿੰਗ। ਇੰਟਰੋਡਕਸ਼ਨ ਆਫ ਹੈਨਰੀ ਫੀਲਡਿੰਗ। ਬਰਥ ਤੇ ਅਰਲੀ ਲਾਈਫ। ਜਨਮ ਹੋਇਆ ਉਹਨਾਂ ਦਾ 22 ਅਪ੍ਰੈਲ 1707 ਦੇ ਵਿੱਚ, ਐਂਡ ਹੀ ਡਾਈਡ ਔਨ 8 of October 1754। He was born in Chatham, Somerset, England, ਤੇ died in Lisbon, Portugal। ਤਾਂ ਉਹਨਾਂ ਦੀ ਸਟੱਡੀ ਮੇਨ ਰਹੀ ਹੈ ਈਟਨ ਕਾਲਜ, ਅਟੈਂਡਨ ਲੇਟਨ ਯੂਨੀਵਰਸਿਟੀ ਇਨ ਨੀਦਰਲੈਂਡ ਬਟ ਲੈਫਟ ਡਿਊ ਟੂ ਫਾਈਨੈਂਸ਼ੀਅਲ ਡਿਫਿਕਲਟੀਜ਼। ਤਾਂ ਉਹਨਾਂ ਦੇ ਫਾਦਰ ਜਿਹੜੇ ਹੈਗੇ ਹੈ ਵਾਜ਼ ਅ ਰੈਕਲੈਸ ਐਂਡ ਜੈਨਰਸ ਲੈਫਟੀਨੈਂਟ ਜਰਨਲ ਐਡਮੰਡ ਫੀਲਡਿੰਗ, ਤੇ ਉਹਨਾਂ ਦੀ ਮਦਰ ਸਰਾ ਗੋਲਡ, ਡਾਟਰ ਆਫ ਅ ਜੱਜ। ਮਤਲਬ ਇੱਕ ਲੈਫਟੀਨੈਂਟ ਤੇ ਇੱਕ ਜੱਜ ਦੇ ਬੱਚੇ ਸੀ। ਤਾਂ ਫੀਲਡਿੰਗ ਦੀ ਜਿਹੜੀ ਮੈਰਿਜ ਹੈ ਉਹ 2 ਵਾਰੀ ਹੋਈ ਹੈ। ਪਹਿਲਾਂ ਵਾਲੀ ਜੋ ਉਹਨਾਂ ਦੀ ਵਾਈਫ ਸੀ, ਫਸਟ ਵਾਈਫ ਵਾਸ ਸ਼ੈਰਲਟ ਕੈਡੌਕ, ਜਿਨ੍ਹਾਂ ਦੀ ਜਦੋਂ ਉਹਨਾਂ ਦੀ ਮੈਰਿਜ ਹੋਈ 1734 ਦੇ ਵਿੱਚ, ਜਿਨ੍ਹਾਂ ਦੀ ਡੈਥ ਹੋ ਗਈ ਸੀ 1744 ਦੇ ਵਿੱਚ। ਉਸ ਤੋਂ ਬਾਅਦ ਸ਼ੀ ਵਾਜ਼ ਅ ਇੰਸਪੀਰੇਸ਼ਨ ਫॉर ਸੈਵਰਲ ਆਫ ਦ ਹੀਰੋਇਨਸ, ਸਪੈਸ਼ਲੀ ਸੋਫੀਆ ਵੈਸਟਰਨ ਇਨ ਟੌਮ ਜੋਨਸ। ਤਾਂ ਮਤਲਬ ਉਹਨਾਂ ਦੀ ਰਾਈਟਿੰਗ ਦੇ ਵਿੱਚ ਸਾਨੂੰ ਉਹਨਾਂ ਦੀ ਫਸਟ ਵਾਈਫ ਦੇ ਜੋ ਇੰਸਪੀਰੇਸ਼ਨ ਤੋਂ ਕਈ ਉਹਨਾਂ ਨੇ ਇਹੋ ਜਿਹੇ ਕਰੈਕਟਰ ਖੜੇ ਕੀਤੇ। ਹਿਸ ਸੈਕਿੰਡ ਵਾਈਫ ਵਾਜ਼ ਮੈਰੀ ਡੇਨੀਅਲ। ਤਾਂ ਉਹਨਾਂ ਦੀ ਮੈਰਿਜ ਹੋਈ 1747। ਬੜੀ ਮਾਈਨਿਊਟਲੀ ਮੈਂ ਤਿਆਰ ਕੀਤਾ ਹੈ। ਜੇ ਕੋਈ ਬੱਚੇ UGC ਨੈਟ ਜਾਂ ਮਾਸਟਰ ਕੈਡਰ ਤੋਂ ਲਈ ਵੀ ਪੜ੍ਹਨਾ ਚਾਹੁੰਦੇ ਹੈ ਤਾਂ ਮੈਂ ਹਰ ਚੀਜ਼ ਡਿਟੇਲ ਦੇ ਵਿੱਚ ਲਿਖੀ ਹੈ। ਸ਼ੀ ਵਾਜ਼ ਮੇਡ ਆਫ ਸ਼ੈਰਲਟ। ਤਾਂ ਦੇ ਹੈਵ 5 ਚਿਲਡਰਨ। ਤਾਂ ਮੈਰੀ ਡੇਨੀਅਲ ਉਹਦੀ ਸੈਕਿੰਡ ਮੈਰਿਜ ਹੋਈ ਹੈਨਰੀ ਫੀਲਡਿੰਗ ਦੀ, ਅਤੇ ਉਹਨਾਂ ਦੇ ਟੋਟਲ 5 ਜਿਹੜੇ ਬੱਚੇ ਸੀਗੇ। ਹੀ has written many novels, plays and essays। ਤੇ ਇੰਪੋਰਟੈਂਟ ਰਾਈਟਿੰਗਸ ਕਿਹੜੀਆਂ ਸੀ, ਨੋਵਲਸ ਕਿਹੜੇ ਸੀ। ਜੋਸਫ ਐਂਡਰਿਊਸ, ਜਿਹੜਾ ਕਿ ਅਸੀਂ ਪਹਿਲਾ ਸਾਡਾ ਬੇਸਿਕ ਜੋ ਅਸੀਂ ਪੜ੍ਹਨਾ ਹੈ 1742 ਉਹਨਾਂ ਦਾ ਪਹਿਲਾ ਨਾਵਲ ਸੀ। ਜੋਨਾਥਨ ਵਾਈਲਡ 1743। ਟੌਮ ਜੋਨਸ, ਜਿਹਦੇ ਵਿੱਚ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਜਿਸ ਦੀ ਮੇਨ ਜੋ ਹੀਰੋਇਨ ਸੀ ਸੋਫੀਆ, ਉਹਦਾ ਜੋ ਮੋਟੀਵੇਸ਼ਨ ਕਿੱਥੋਂ ਮਿਲੀ ਸੀ, ਇੰਸਪੀਰੇਸ਼ਨ ਕੌਣ ਸੀ, ਉਹਨਾਂ ਦੀ ਫਰਸਟ ਵਾਈਫ ਦੈਟ ਇਜ਼ ਸ਼ੈਰਲਟ ਕੈਡੌਕ। ਦੈਨ ਨੈਕਸਟ ਵਨ ਟੌਮ ਜੋਨਸ ਆ ਫਾਊਂਡਲਿੰਗ, ਦੈਨ ਐਮੀਲੀਆ 1751। ਹਾਂਜੀ, ਪਲੇਜ਼ ਕਿਹੜੇ ਲਿਖੇ ਆ ਉਹਨਾਂ ਨੇ। ਲਵ ਇਨ ਸੈਵਰਲ ਮਾਸਕਸ, ਦੈਨ 1728 ਫਸਟ ਪਲੇ ਸੀ UGC ਨੈਟ ਵਾਲੇ ਬੱਚਿਆਂ ਨੂੰ ਜਾਂ ਮਾਸਟਰ ਕੈਡਰ ਦੇ ਬੱਚਿਆਂ ਨੂੰ ਫਸਟ ਪਲੇ, ਫਸਟ ਨੋਵਲ ਆ ਸਕਦਾ ਹੈ। ਇਹ ਉਹਨਾਂ ਦੇ ਬਾਕੀ ਦੇ ਜਿਹੜੇ ਹੈਗੇ ਹੈ ਟੌਮ ਥਾਮ, ਰੇਪ ਅਪੋਨ ਰੇਪ, ਪੈਸਕਿਨ, ਦ ਹਿਸਟੋਰੀਕਲ ਰਜਿਸਟਰ ਫॉर द ईयर, ਦੈਨ ਅਸਟਾਇਰ ਔਨ ਗਵਰਨਮੈਂਟ, ਇਹ ਸਾਰੇ ਲਿਖੇ ਹੈ। ਐਸੇਜ਼ ਕਿਹੜੇ ਹੈ। ਐਨ ਇਨਕੁਆਇਰੀ ਇਨਟੂ ਦ ਕਾਜ਼ਸ ਆਫ ਲੇਟ ਇਨਕਰੀਜ਼ ਆਫ ਰੋਬਰਸ 1751, ਅ ਜਰਨੀ ਫਰੋਮ ਦਿਸ ਵਰਡ ਟੂ ਦ ਨੈਕਸਟ 1743। ਕਿਹੜੀਆਂ ਟਰਮਸ ਇਸ ਨੋਵਲ ਨਾਲ ਸੰਬੰਧਿਤ ਹਨ, ਇੰਪੋਰਟੈਂਟ ਹਨ ਬੇਟਾ, ਸ਼ੋਰਟ ਨੋਟ ਦੇ ਵਿੱਚ ਪੁੱਛੀਆਂ ਜਾ ਸਕਦੀਆਂ। ਸ਼ੋਰਟ ਨੋਟ ਜੋ ਰੈਗੂਲਰ ਸਟੂਡੈਂਟ ਨੂੰ 2 ਨੰਬਰ ਦਾ ਆਉਣਾ ਹੈ, ਪ੍ਰਾਈਵੇਟ ਸਟੂਡੈਂਟ ਨੂੰ 4 ਨੰਬਰ ਦਾ ਆਉਣਾ ਹੈ, ਇਸ ਲਈ ਧਿਆਨ ਨਾਲ ਸੁਣ ਲਓ। ਪਿਕਰਸਕ ਨੋਵਲ, ਵਾਟ ਡੂ ਮੀਨ ਬਾਈ ਪਿਕਰਸਕ ਨੋਵਲ। ਤਾਂ ਇਹ ਪਿਕਾਰੋ ਨਾਮ ਦੇ ਸ਼ਬਦ ਤੋਂ ਲਿੱਤਾ ਗਿਆ, ਜਿਸ ਦਾ ਮਤਲਬ ਹੈ ਠੱਗ, ਮੀਨਸ ਰਗ। ਇਟਸ ਅ ਸਟੋਰੀ ਆਫ ਅ ਰਗ ਜਿਹੜਾ ਕਿ ਵਨ ਪਲੇਸ ਟੂ ਅਨਦਰ ਪਲੇਸ ਟਰੈਵਲ ਕਰਦਾ ਹੈ, ਅਤੇ ਡਿਊਰਿੰਗ ਟਰੈਵਲ ਵਾਟ ਐਵਰ problems he faces, that is called Pickersक novel। ਤਾਂ ਇਹਦੀ ਇੱਕ long answer that Joseph Andrews is a Pickersक novel, ਜੋ ਮੈਂ ਆਲਰੇਡੀ ਇਸੇ ਚੈਨਲ 'ਤੇ ਸ਼ੇਅਰ ਕਰ ਚੁੱਕੀ ਹਾਂ, ਤੁਸੀਂ ਵਾਚ ਕਰ ਸਕਦੇ ਹੋ। ਕੌਮਿਕ ਐਪਿਕ ਇਨ ਪ੍ਰੋਜ਼। ਕੌਮਿਕ ਮਤਲਬ ਕਮੇਡੀ, ਫੁੱਲ ਆਫ ਫਨ। ਐਪਿਕ ਮਤਲਬ ਫੁੱਲ ਲੈਂਥ ਨਾਵਲ ਹੈ। ਪ੍ਰੋਜ਼ ਮਤਲਬ ਨਾਟ ਇਨ ਪੋਇਟਰੀ, ਪ੍ਰੋਜ਼ ਦੇ ਵਿੱਚ, ਚੈਪਟਰਸ ਦੇ ਵਿੱਚ, ਬੁੱਕਸ ਦੇ ਵਿੱਚ। ਪਹਿਲਾਂ ਇਹਦੀਆਂ ਬੁੱਕਸ ਹੈ, ਫਿਰ ਬੁੱਕਸ ਦੇ ਅੱਗੇ ਚੈਪਟਰਸ ਹੈ, ਉਹਦੇ ਵਿੱਚ ਲਿਖਿਆ ਗਿਆ। ਤਾਂ ਇੱਕ ਕੌਮਿਕ ਐਪਿਕ ਕਿਵੇਂ ਹੈ। ਪਹਿਲਾ ਕੌਮਿਕ ਐਪਿਕ, ਇਹ ਵਾਲੀ ਟਰਮ ਫਸਟ ਟਾਈਮ ਜੋ ਸਟਾਰਟ ਹੋਈ ਸੀ ਜੋਸਫ ਐਂਡਰਿਊਸ ਤੋਂ ਹੀ, ਅਤੇ ਹੈਨਰੀ ਫੀਲਡਿੰਗ ਨੇ ਹੀ ਲਿਟਰੇਚਰ ਦੇ ਵਿੱਚ ਇਸ ਟਰਮ ਨੂੰ ਇੰਟਰੋਡਿਊਸ ਕੀਤਾ ਸੀ, ਕੌਮਿਕ ਐਪਿਕ ਇਨ ਪ੍ਰੋਜ਼। ਇਹ UGC ਨੈਟ ਦੇ ਵਿੱਚ ਵੀ ਅਤੇ ਮਾਸਟਰ ਕੈਡਰ ਦੇ ਸਟੂਡੈਂਟਸ ਨੂੰ ਵੀ ਆ ਸਕਦਾ ਹੈ। ਸਟਾਇਰ ਮੀਨਸ ਟੂ ਮੇਕ ਫਨ ਆਫ ਸਮਥਿੰਗ,
मतलब किसी ਦਾ ਵਿਅੰਗ ਕੱਸਣਾ। ਪੈਰੋਡੀ ਆਫ ਪਮੇਲਾ, ਇਹ ਪਮੇਲਾ ਦਾ ਜੋ ਕਿਵੇਂ ਇਹ ਪੈਰੋਡੀ ਹੈ ਔਰ ਵਰਚੁਅਲ ਰਿਵਾਰਡਿਡ। ਠੀਕ ਹੈ, ਤਾਂ ਜਿਸ ਤਰ੍ਹਾਂ ਕਿ ਪੈਮੇਲਾ ਦੇ ਵਿੱਚ ਰਿਚਰਡਸਨ ਦੀ ਪੈਮੇਲਾ ਦੇ ਵਿੱਚ ਉਹਨੇ ਪੈਮੇਲਾ ਨੂੰ ਇੱਕ ਕਰੈਕਟਰ ਖੜਾ ਕੀਤਾ ਹੈ, ਫੀਮੇਲ ਕਰੈਕਟਰ ਹੈ ਜੋ ਕਿ ਬਹੁਤ ਜ਼ਿਆਦਾ ਪਾਇਸ ਹੈ, ਬਹੁਤ ਜ਼ਿਆਦਾ ਜੋ ਓਬੀਡੀਐਂਟ ਹੈ, ਬਹੁਤ ਜ਼ਿਆਦਾ ਮੋਡੈਸਟ ਹੈ। ਅਤੇ ਇਨ ਦ ਸੇਮ ਵੇ ਹੀ ਹੈਜ਼ ਕ੍ਰੀਏਟਡ ਅ ਕਰੈਕਟਰ ਜਿਹੜਾ ਕਿ ਜੋਸਫ ਐਂਡਰਿਊਜ਼ ਹੈ, ਤਾਂ ਉਹ ਵੀ ਉਹਨੇ ਉਹਦੇ ਅਗੇਂਸਟ ਖੜਾ ਕੀਤਾ ਕਿ ਜੋ ਉਸ ਦਾ ਕਰੈਕਟਰ ਹੈ ਜੋਸਫ ਐਂਡਰਿਊਜ਼, ਉਹ ਤਾਂ ਟਿਲ ਐਂਡ ਕਿੰਨਾ ਜੋ ਹੈ ਮੋਡੈਸਟ ਰਹਿੰਦਾ ਹੈ। ਜੋ ਰਿਚਰਡਸਨ ਦੇ ਵਿੱਚ ਪੈਮੇਲਾ ਹੈ ਉਹ ਆਪਣੀ ਜੋ ਹੈ ਮਾਸਟਰ ਨਾਲ ਮੈਰਿਜ ਕਰਵਾ ਲੈਂਦੀ ਹੈ ਐਟ ਦ ਐਂਡ, ਬਟ ਜੋ ਜੋਸਫ ਐਂਡਰਿਊਜ਼ ਹੈ ਉਹ ਕਿਸ ਨਾਲ ਮੈਰਿਜ ਕਰਵਾਉਂਦਾ ਹੈ, ਫੈਨੀ, ਜੋ ਕਿ ਇੱਕ ਬਹੁਤ ਲੋ ਬੈਕਗਰਾਊਂਡ ਤੋਂ ਹੈ। ਡਾਇਰੈਕਟਿਵਿਜ਼ਮ ਇਹ ਮੋਰੈਲਿਟੀ ਨਾਲ ਰਿਲੇਟਡ ਹੈ। ਰੀਅਲਿਜ਼ਮ ਮਤਲਬ ਰਿਅਲਿਟੀ, ਇਹ ਕੁਐਸਚਨ ਵੀ ਆ ਸਕਦਾ ਹੈ। ਡਿਸਕਸ ਜੋਸਫ ਐਂਡਰਿਊਜ਼ ਐਜ਼ ਅ realistic novel, ਤੱਕ realistic ਮਤਲਬ which is showing the real picture of the society of that particular time, contemporary society, ਜੋ ਕਿ contemporary society ਦੀ real picture ਦਿਖਾ ਰਿਹਾ, ਉਹਨੂੰ ਕੀ ਕਹਿੰਦੇ ਹੈ, realistic novel। realism means ਉਹ ਸਮੇਂ ਦੇ ਹਰ ਕਰੈਕਟਰ ਨੂੰ, ਚਾਹੇ ਉਹ ਇਨਕੀਪਰ ਹੈ, ਚਾਹੇ ਉਹ ਪਾਰਸਨ ਹੈ, ਚਾਹੇ ਉਹ ਰਿਲੇਟਡ ਟੂ ਰਿਲੀਜਨ ਹੈ, ਚਾਹੇ ਉਹ ਰਿਲੇਟਡ ਟੂ ਲਾਅ ਹੈ, ਠੀਕ ਹੈ, ਚਾਹੇ ਉਹ ਅਰਿਸਟੋਕ੍ਰੈਟਿਕ ਫੈਮਿਲੀ ਲਾਈਕ ਲੇਡੀ ਬੂਬੀ, ਥੋਮਸ ਬੂਬੀ ਹੈ, ਠੀਕ ਹੈ, ਚਾਹੇ ਉਹ ਪੈਡਲਰ ਹੈ, ਉਹ ਹਰੇਕ ਜੋ ਕਰੈਕਟਰ ਨੂੰ ਤੁਸੀਂ ਡਿਫਾਈਨ ਕਰਕੇ ਉਹਨੂੰ ਇਹਨੂੰ ਇਹ ਦੱਸ ਸਕਦੇ ਹੋ। ਆਇਰਨੀ ਮੀ ਟੂ ਮੇਕ ਮਤਲਬ ਕਿਸੇ ਵੀ ਚੀਜ਼ ਦਾ ਮਜ਼ਾਕ ਉਡਾਉਣਾ, ਫਨ ਜੋ ਉਹਦਾ ਵਿਅੰਗ ਕੱਸਣਾ ਉਹਦੇ 'ਤੇ, ਠੀਕ ਹੈ। ਬਰਲਿਸਕਿਊ ਮੀਨਸ ਇਮੀਟੇਸ਼ਨ, ਕਿਸੇ ਹੋਰ ਲਿਟਰੇਰੀ ਵਰਕ ਦੀ ਇਮੀਟੇਸ਼ਨ, ਬਟ ਟੂ ਮੇਕ ਫਨ ਆਫ ਦੈਟ ਪਰਟੀਕੂਲਰ, ਮਤਲਬ ਉਹਦੀ ਜੋ ਪੈਰਡੀ, ਉਹਨੂੰ ਉੱਤੇ ਵਿਅੰਗ ਕੱਸਣ ਦੇ ਲਈ ਉਸ ਨੂੰ ਇਮੀਟੇਟ ਕਰਨਾ। ਜਿਸ ਤਰ੍ਹਾਂ ਕਿ ਰਿਚਰਡਸਨ ਦੇ ਪੈਮੇਲਾ ਨੂੰ ਇਮੀਟੇਟ ਕਰਕੇ ਬਣਾਇਆ ਗਿਆ, ਬਟ ਟੂ ਸਟਾਇਰ ਐਰੋਨਿਕਲ ਵੇ ਨਾਲ ਬਣਾਇਆ ਗਿਆ। ਐਪਿਸਟੋਲਰੀ ਨਾਵਲ ਮਤਲਬ ਅ ਨਾਵਲ ਜਿਹਦੇ ਵਿੱਚ ਕਿ ਜੋ ਸਾਰਾ ਕੰਟੈਂਟ ਹੈ, ਜੋ ਜਾਂ ਜੋ ਪਲੋਟ ਹੈ, ਉਹ ਡਿਵੈਲਪ ਹੁੰਦਾ ਔਨ ਦਾ ਬੇਸਿਸ ਆਫ ਲੈਟਰਸ ਰਿਟਨ ਟੂ ਦ ਅਦਰ ਪਰਸਨ। ਤਾਂ ਇਸ ਦੇ ਵਿੱਚ ਜੋਸਫ ਐਂਡਰਿਊਜ਼ ਲੈਟਰ ਲਿਖਦਾ ਹੈ ਆਪਣੀ ਸਿਸਟਰ ਪੈਮੇਲਾ ਨੂੰ, ਬਟ ਇਸਦਾ ਕੁਛ ਕੰਟੈਂਟ ਹੀ, ਇਟ ਕੰਟੇਨਸ ਸਮ ਕੰਟੈਂਟ ਇਨ ਆਫ ਐਪਿਸਟੋਲਰੀ ਨਾਵਲ। ਇਹ 100% ਐਪਿਸਟੋਲਰੀ ਨਹੀਂ ਹੈ, ਪਰ ਪੈਮੇਲਾ ਜੋ ਹੈ 100% ਐਪਿਸਟੋਲਰੀ ਨਾਵਲ ਸੀ, ਕਿਉਂਕਿ ਉਸ ਦੇ ਵਿੱਚ ਸਾਰਾ ਪਲੋਟ ਹੀ ਵਿਦ ਦ ਹੈਲਪ ਆਫ ਲੈਟਰਸ ਜੋ ਪੈਮੇਲਾ ਆਪਣੇ ਪੇਰੈਂਟਸ ਨੂੰ ਲਿਖ ਕੇ ਦੱਸਦੀ ਹੈ। ਹਾਂਜੀ, ਮੇਨ ਟਾਈਟਲ ਕੀ ਹੈ, ਜੋਸਫ ਐਂਡਰਿਊਜ਼। ਸਬ ਟਾਈਟਲ ਕੀ ਹੈ, ਦ ਹਿਸਟਰੀ of the adventures of Joseph Andrews and of his friend Mr. Abraham Adams। ਤਾਂ ਮੇਨ ਟਾਈਟਲ ਜੋਸਫ ਐਂਡਰਿਊਜ਼ ਹੈ, ਤਾਂ ਸਬ ਟਾਈਟਲ ਬਣ ਗਿਆ ਦ ਹਿਸਟਰੀ ਆਫ ਦ ਐਡਵੈਂਚਰਸ, ਜਿਹੜੇ ਐਡਵੈਂਚਰ ਜੋਸਫ ਐਂਡਰਿਊਜ਼ ਨੇ ਅਤੇ ਉਹਦੇ ਫਰੈਂਡ ਮਿਸਟਰ ਅਬਰਾਹਮ ਐਡਮਸ ਨੇ ਕੀਤੇ, ਇਕੱਠੇ ਮਿਲ ਕੇ ਉਹਨਾਂ ਦੀ ਹਿਸਟਰੀ। ਹਾਂਜੀ, ਕਰੈਕਟਰਸ ਇਨ ਦਾ ਨਾਵਲ ਜੋਸਫ ਐਂਡਰਿਊਜ਼। ਹੁਣ ਮੇਨ ਸਾਡਾ ਕਰੈਕਟਰ ਹੈ ਜੋਸਫ ਐਂਡਰਿਊਜ਼। ਬੇਟਾ ਮੈਂ ਸਿਰਫ ਇਹਨੂੰ ਪੁਆਇੰਟਸ ਦੇ ਵਿੱਚ ਲਿਖਿਆ ਹੈ, ਮੇਨ ਵਰਡਸ ਲਿਖੇ ਹੈ, ਤੁਸੀਂ ਜੋ ਇਹਦੀ ਬਣਾ ਸਕਦੇ ਹੋ, ਲਾਈਨਸ ਬਣਾ ਸਕਦੇ ਹੋ, ਠੀਕ ਹੈ ਜੀ। ਤਾਂ ਹੀਰੋ ਜੋਸਫ ਐਂਡਰਿਊਜ਼ ਦਾ ਹੀਰੋ ਐਂਡ ਪ੍ਰੋਟੈਗਨਿਸਟ ਆਫ ਦਾ ਨਾਵਲ। ਕਿਉਂਕਿ ਜੋ ਪਾਰਸਨ ਐਡਮ ਹੈ ਉਹ ਬਹੁਤ ਲੇਟ ਨਾਵਲ ਦੇ ਵਿੱਚ ਆਉਂਦਾ ਹੈ। ਤਾਂ ਨਾਵਲ ਸਟਾਰਟਸ ਵਿਦ ਜੋਸਫ ਐਂਡਰਿਊਜ਼ ਐਂਡ ਐਂਡਸ ਵਿਦ ਜੋਸਫ ਐਂਡਰਿਊਜ਼ ਮੈਰਿਜ। ਤਾਂ ਉਹਦੇ ਤੋਂ ਹੀ ਸ਼ੁਰੂ ਹੁੰਦਾ, ਉਹਦੇ ਤੋਂ ਹੀ ਖਤਮ ਹੁੰਦਾ, ਅਤੇ ਉਹਦੀ ਹੀ ਸਟੋਰੀ ਹੈ, ਉਹਦੀ ਮੈਰਿਜ ਜੋ ਫੈਨੀ ਨਾਲ ਹੋਣ ਤੋਂ ਬਾਅਦ ਹੀ ਜਿਹੜਾ ਨਾਵਲ ਹੈ ਸਾਡਾ ਖਤਮ ਹੋ ਜਾਂਦਾ ਹੈ। ਤਾਂ ਹੀਰੋ ਹੈ, ਪ੍ਰੋਟੈਗਨਿਸਟ ਹੈ, ਯੰਗ ਅਤੇ ਹੈਂਡਸਮ ਹੈ, ਵਰਚੁਅਸ ਫੁੱਟਮੈਨ ਹੈ, ਲੇਡੀ ਬੂਬੀ ਦਾ ਫੁੱਟਮੈਨ ਹੈ, ਸੁਪੋਜ਼ਡਲੀ ਓਨਲੀ ਸਨ ਆਫ ਗਫਰ ਐਂਡ ਗੈਮਰ। ਗਫਰ ਅਤੇ ਗੈਮਰ ਦਾ ਇੱਕੋ ਇੱਕ ਬੇਟਾ ਹੈ, ਗਫਰ ਐਂਡ ਗੈਮਰ ਐਂਡਰਿਊਜ਼ ਦਾ, ਐਂਡ ਬ੍ਰਦਰ ਆਫ ਪੈਮੇਲਾ, ਅਤੇ ਪੈਮੇਲਾ ਦਾ ਬ੍ਰਦਰ ਹੈ। ਇਨਫੈਕਟ ਸਨ ਆਫ ਮਿਸਟਰ ਐਂਡ ਮਿਸਿਸ ਵਿਲਸਨ, ਬੇਟਾ ਹੈ ਮਿਸਟਰ ਅਤੇ ਮਿਸਿਸ ਵਿਲਸਨ ਦਾ। ਰਿਐਲਿਟੀ ਇਹ ਲਾਸਟ 'ਤੇ ਜੋ ਹੈ ਡਿਸਕਲੋਜ਼ ਹੁੰਦੀ ਹੈ, ਰਿਵੀਲ ਹੁੰਦੀ ਹੈ ਉਹਦੀ ਆਈਡੈਂਟੀਟੀ ਕਿ ਉਹ ਕਿਹਦਾ ਬੇਟਾ ਹੈ, ਬਾਈ ਦਾ ਪੈਡਲਰ, ਜੋ ਇਹ ਪੂਰੀ ਜਿਹੜੀ ਉਹਦੇ ਬਾਰੇ ਡਿਸਕਲੋਜ਼ ਕਰਦਾ ਉਹਦੀ ਰਿਐਲਿਟੀ ਨੂੰ। ਹਾਂਜੀ, ਰਿਕੋਗਨਾਈਜ਼ਡ ਕਿਵੇਂ ਪਤਾ ਲੱਗਦਾ ਕਿ ਉਹ ਬੇਟਾ ਹੈ ਮਿਸਟਰ ਅਤੇ ਮਿਸਿਸ ਵਿਲਸਨ ਦਾ, ਬਾਈ ਅ ਸਟ੍ਰਾਬੈਰੀ ਰਿਮਾਰਕ ਔਨ ਹਿਜ਼ ਬ੍ਰੈਸਟ, ਉਹਦੇ ਬ੍ਰੈਸਟ 'ਤੇ ਇੱਕ ਸਟ੍ਰਾਬੈਰੀ ਦਾ ਨਿਸ਼ਾਨ ਹੈ। 21st ਈਅਰ ਸਟ੍ਰਾਬੇਰੀ ਦੇ ਨਿਸ਼ਾਨ ਤੋਂ ਪਤਾ ਲੱਗਦਾ ਹੈ। 21st
21 ਈਅਰਸ 올ਡ, 21 ਸਾਲ ਦੀ ਏਜ ਹੈ। ਨਟ ਬਰਾਊਨ ਕਲਰ ਹੈ ਉਹਦਾ, ਠੀਕ ਹੈ ਜੀ। ਨਟ ਮਤਲਬ ਨਟਸ ਦੀ ਤਰ੍ਹਾਂ ਜਿਹੜਾ ਬਰਾਊਨ ਕਲਰ ਹੁੰਦਾ ਉਸ। ਕਰਲੀ ਹੇਅਰ ਹੈ, ਡਾਰਕ ਆਈਜ਼ ਹੈ। ਵੈਲ ਰੈਡ ਇਨ ਬਾਈਬਲ ਐਂਡ ਇਨਫਲੂਐਂਸਡ ਬਾਏ ਪਾਰਸਨ ਐਡਮ, ਅਤੇ ਉਹਦੇ ਉੱਤੇ ਬਹੁਤ ਪ੍ਰਭਾਵ ਹੈ ਪਾਰਸਨ ਐਡਮ ਦਾ, ਅਤੇ ਬਾਈਬਲ ਬਾਰੇ ਉਹਨੂੰ ਬਹੁਤ ਜ਼ਿਆਦਾ ਨੌਲੇਜ ਹੈ। ਅਤੇ ਇਹ ਅਸੀਂ ਸਾਰੇ ਜੋ ਹੈ ਮੈਂ ਸਾਰੇ ਦੇ ਪੁਆਇੰਟਸ ਬਣਾ ਕੇ ਲਿਖੇ ਹੈ, ਯੂ ਕੈਨ ਲਰਨ ਫਰੋਮ ਦਿਸ। ਇਹ ਸਾਰੇ ਹੀ ਹੈ ਜੋ ਮੈਂ ਹੁਣੇ ਬੋਲ ਕੇ ਆਈ ਹਾਂ ਬੇਟਾ। ਨੈਕਸਟ ਵਨ, ਪਾਰਸਨ ਅਬਰਾਹਮ ਐਡਮਸ, ਦ ਹਾਰਟ ਆਫ ਦ ਨਾਵਲ। ਇਹ ਵੀ ਮੇਨ ਕਰੈਕਟਰ ਹੈ, ਇੰਪੋਰਟੈਂਟ ਕਰੈਕਟਰ ਹੈ ਆਫਟਰ ਜੋਸਫ ਐਂਡਰਿਊਜ਼। ਇੰਟਰਸਟਿੰਗ ਕਰੈਕਟਰ ਹੈ ਸਾਡੇ ਇਸ ਨਾਵਲ ਦਾ, ਜੋਸਫ ਐਂਡਰਿਊਜ਼ ਦਾ। ਸਕੋਲਰ ਵਿਦ ਪਰਫੈਕਟ ਨੌਲੇਜ ਆਫ ਗ੍ਰੀਕ ਐਂਡ ਲੈਟਿਨ, ਉਹਨੂੰ ਗ੍ਰੀਕ ਭਾਸ਼ਾ ਅਤੇ ਲਤੀਨੀ ਭਾਸ਼ਾ ਦੀ ਪੂਰੀ ਨੌਲੇਜ ਹੈ। ਐਂਡ ਮਾਡਰਨ ਲੈਂਗੁਏਜਿਸ ਫਰੈਂਚ ਐਂਡ ਇਟਾਲੀਅਨ, ਇਹ ਸੀ ਕਲਾਸੀਕਲ ਲੈਂਗੁਏਜਿਸ, ਅਤੇ ਜਿਹੜੀਆਂ ਨਵੀਆਂ ਲੈਂਗੁਏਜਿਸ ਹੈ ਫਰੈਂਚ ਅਤੇ ਇਟਾਲੀਅਨ ਉਹਨਾਂ ਦੀ ਪੂਰੀ ਨੌਲੇਜ ਹੈ। ਬਰੇਵ ਐਂਡ ਅ ਮੈਨ ਆਫ ਗੁੱਡ ਸੈਂਸ ਐਂਡ ਹਿਊਮਰ, ਗੁੱਡ ਸੈਂਸ ਆਫ ਹਿਊਮਰ ਹੈ, ਬਹੁਤ ਬਹਾਦਰ ਹੈ ਅਤੇ ਬਹੁਤ ਹਸਾਉਂਦਾ ਵੀ ਹੈ। ਜੋ ਕਾਮੇਡੀ ਇਸ ਨਾਵਲ ਦੇ ਵਿੱਚ ਆਉਂਦੀ ਹੈ, ਜਿਹਦੇ ਕਰਕੇ ਇਹਨੂੰ ਕਾਮਿਕ ਐਪਿਕ ਇਨ ਪ੍ਰੋਜ਼ ਕਿਹਾ ਜਾਂਦਾ ਹੈ, ਜਸਟ ਬਿਕੋਜ਼ ਆਫ ਹਿਮ, ਕਿਉਂਕਿ ਬਾਰ ਕਦੀ ਉਹ ਆਪਣਾ ਘੋੜਾ ਭੁੱਲ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਉਹ ਪਾਰਸਨ ਐਡਮ ਆਪਣੇ ਸਰਮਨ ਸੈਲ ਕਰਨ ਦੇ ਲਈ ਲੰਡਨ ਜਾ ਰਿਹਾ ਹੈ, ਅਤੇ ਜਿਸ ਚੀਜ਼ ਨੂੰ ਸੇਲ ਕਰਨ ਦੇ ਲਈ ਜਾ ਰਿਹਾ ਹੈ ਉਹੀ ਉਹ ਘਰੇ ਭੁੱਲਿਆ ਆਉਂਦਾ, ਠੀਕ ਹੈ ਜੀ। ਫਿਰ ਉਹ ਆਪਣੇ ਕਈ ਵਾਰੀ ਘੋੜੇ ਦੇ ਫੋਡਰ ਉਹਦੇ ਚਾਰੇ ਦੀ ਪੇਮੈਂਟ ਕਰਨੀ ਭੁੱਲ ਜਾਂਦਾ ਹੈ, ਕਦੀ ਘੋੜੇ ਨੂੰ ਭੁੱਲ ਜਾਂਦਾ ਹੈ, ਕਦੀ ਰਸਤਾ ਭੁੱਲ ਜਾਂਦਾ ਹੈ, ਠੀਕ ਹੈ। ਕਦੀ ਗਲਤੀ ਨਾਲ ਉਹ ਫੈਨੀ ਦੇ ਰੂਮ ਦੇ ਵਿੱਚ ਐਂਟਰ ਹੋ ਜਾਂਦਾ ਹੈ, ਠੀਕ ਹੈ। ਇਹੋ ਜਿਹੀਆਂ ਬਹੁਤ ਇਹੋ ਜਿਹੀਆਂ ਗੱਲਾਂ ਕਰਦੇ ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਹਾਸਾ ਆਉਂਦਾ ਹੈ। 50 ਈਅਰਸ 올ਡ ਹੈ, ਏਜ ਕਿੰਨੀ ਉਹਦੀ 50 ਸਾਲ ਹੈ। ਇੱਕ ਵਾਈਫ ਹੈ ਅਤੇ 6 ਬੱਚੇ ਹੈ ਉਹਦੇ 6 ਬੱਚੇ ਹੈ। ਅਤੇ ਕਿਊਰੇਟ ਵਿਦ ਸਮੋਲ ਇਨਕਮ, ਕਿਊਰੇਟ ਹੈ ਬਹੁਤ ਘੱਟ ਇਨਕਮ ਹੈ। ਕਿਊਰੇਟ ਮਤਲਬ ਪ੍ਰੀਸਟ ਲਾਈਕ ਜਿਹੜੀ ਉਹਦੀ ਜੋ ਉਹਦੀ ਪੋਜੀਸ਼ਨ ਹੈ ਚਰਚ ਦੇ ਵਿੱਚ। ਇੰਜੋਇਜ਼ ਡਰਿੰਕਿੰਗ ਬੀਅਰ ਪੀਣਾ ਉਹਨੂੰ ਚੰਗਾ ਲੱਗਦਾ ਹੈ। ਡੋਮੀਨੇਟਸ ਕਾਮਿਕ ਪਾਰਟ ਆਫ ਦ ਨਾਵਲ, ਅਤੇ ਨਾਵਲ ਦੇ ਵਿੱਚ ਕਾਮੇਡੀ ਉਹਦੇ ਕਰਕੇ ਹੀ ਹੈ। ਫੋਰਗੇਟਫੁਲ ਐਂਡ ਫਨੀ, ਮਤਲਬ ਬੜੀ ਜਲਦੀ ਉਹਦੀ ਬਹੁਤ ਸ਼ਾਰਟ ਮੈਮਰੀ ਹੈ, ਅਤੇ ਬੜਾ ਹੀ ਹਾਸੇ ਵਾਲਾ ਕਰੈਕਟਰ ਹੈ। ਡੇਅਰਿੰਗ ਮਤਲਬ ਬਹੁਤ ਜ਼ਿਆਦਾ ਬਰੇਵ ਹੈ। ਐਂਡ ਅ ਬੰਡਲ ਆਫ ਕੌਂਟਰਾਡਿਕਸ਼ਨ, ਅਤੇ ਉਹਦੇ ਬਹੁਤ ਜ਼ਿਆਦਾ ਕੌਂਟਰਾਡਿਕਸ਼ਨ, ਹਰ ਗੱਲ 'ਤੇ ਲੈ ਕੇ ਉਹਦੇ ਨਾਲ ਬਹਿਸ ਹੁੰਦੀ ਹੈ ਜੋਸਫ ਐਂਡਰਿਊਜ਼ ਦੀ। ਜਰਨੀਜ਼ ਵਿਦ ਦਾ ਮੈਨੂਸਕ੍ਰਿਪਟ ਆਫ ਐਚਲਿਸ ਪਲੇਜ਼ ਇਨ ਗ੍ਰੀਕ, ਅਤੇ ਉਹਦੇ ਕੋਲੋਂ ਜੋ ਜਰਨੀ ਕਰ ਰਿਹਾ ਹੈ ਟੂਵਰਡਸ ਲੰਡਨ, ਪਰ ਉਹਨੂੰ ਲੰਡਨ ਤੋਂ ਬਾਅਦ ਵਾਪਿਸ ਹੋਮ ਟਾਊਨ ਵਾਪਿਸ ਜਾਣਾ ਪੈਂਦਾ ਹੈ। ਪਰ ਉਹਦੇ ਕੋਲ ਇੱਕ ਮੈਨੂਸਕ੍ਰਿਪਟ ਹੈ ਆਫ ਐਚਲਿਸ, ਜੋ ਪਲੇਜ਼ ਹੈਗੇ ਹੈ ਗ੍ਰੀਕ ਦੇ ਵਿੱਚ ਖੇਡੇ ਜਾਂਦੇ ਹੈ ਉਹਦੇ ਬਾਰੇ। ਇਹ ਸੀ ਬੇਟਾ ਪਾਰਸਨ ਐਡਮ ਬਾਰੇ। ਨੈਕਸਟ ਵਨ, ਫੈਨੀ ਗੁੱਡਵਿਲ, ਹੀਰੋਇਨ ਆਫ ਦ ਜੋਸਫ ਐਂਡਰਿਊਜ਼, ਉਹਦੀ ਹੀਰੋਇਨ ਹੈ। ਡਾਟਰ ਆਫ ਮਿਸਟਰ ਐਂਡ ਮਿਸਿਸ ਐਂਡਰਿਊਜ਼, ਬੇਟੀ ਹੈ ਮਿਸਿਸ ਅਤੇ ਮਿਸਿਸ ਐਂਡਰਿਊਜ਼ ਦੀ, ਮਿਸਟਰ ਅਤੇ ਮਿਸਿਸ ਐਂਡਰਿਊਜ਼ ਦੀ, ਅਤੇ ਸਿਸਟਰ ਹੈ ਪਮੇਲਾ ਦੀ। ਤਾਂ ਫੈਨੀ ਗੁੱਡਵਿਲ ਉਹ ਪਮੇਲਾ ਦੀ ਸਿਸਟਰ ਹੈ। ਸਭ ਤੋਂ ਲਾਸਟ ਤੇ ਡਿਸਕਲੋਜ਼ ਹੋਏਗਾ ਬੱਚੇ, ਐਟ ਦ ਐਂਡ ਆਫ ਦ ਨੋਵਲ ਇਹ ਡਿਸਕਲੋਜ਼ ਹੋਏਗਾ। ਸਟੋਲਨ ਬਾਈ ਜਿਪਸਿਸ ਉਹਨੂੰ ਉਠਾ ਕੇ ਲੈ ਜਾਂਦੇ ਐਂਡ ਸੋਲਡ ਟੂ ਸਰ ਥੋਮਸ ਬੂਬੀ ਐਟ ਦ ਏਜ ਆਫ 3 ਸਾਲ ਦੀ ਹੁੰਦੀ ਜਦੋਂ ਉਹਨੂੰ ਜਿਪਸਿਸ ਚੱਕ ਕੇ ਲੈ ਜਾਂਦੇ ਹੈ, ਅਤੇ ਕਿਹਨੂੰ ਵੇਚ ਦਿੰਦੇ ਹੈ ਸਰ ਥੋਮਸ ਬੂਬੀ ਨੂੰ। ਬਹੁਤ ਜ਼ਿਆਦਾ ਪੂਅਰ ਹੈ, ਨੋਟ ਏਬਲ ਟੂ ਰੀਡ ਐਂਡ ਰਾਈਟ, ਚੰਗਾ ਪੜ੍ਹੀ ਲਿਖੀ ਵੀ ਨਹੀਂ ਹੈ। ਟੌਲ ਹੈ, ਲੰਬੀ ਹੈ, ਮਿਲਕ ਵਾਈਟ ਸਕਿਨ ਹੈ ਪਰ ਗੋਰੀ ਹੈ, ਵਿਦ ਕਰਲੀ ਹੇਅਰ, ਘੁੰਘਰਾਲੇ ਵਾਲ ਹੈ। ਸਪਾਰਕਲਿੰਗ ਆਈਜ਼, ਚਮਕਦੀਆਂ ਅੱਖਾਂ, ਅਤੇ ਡੈਲੀਕੇਟ ਹੈਂਡਸ ਹੈ ਉਹਦੀ। ਨੈਚੁਰਲ ਕਾਈਂਡਨੈਸ ਹੈ ਉਹਦੇ ਅੰਦਰ, ਬਹੁਤ ਜ਼ਿਆਦਾ ਸ਼ਾਈ ਫੀਲ ਕਰਦੀ ਹੈ, ਗ੍ਰੇਸਫੁਲ ਹੈ ਅਤੇ ਇਨੋਸੈਂਟ ਹੈ। ਮਤਲਬ ਸ਼ਾਈ ਹੈ, ਗ੍ਰੇਸਫੁਲ ਹੈ, ਇਨੋਸੈਂਟ ਹੈ, ਠੀਕ ਹੈ। ਸੁੰਦਰ ਵੀ ਹੈ, ਬਹੁਤ ਸੋਹਣੀ ਵੀ ਹੈ, ਬਹੁਤ ਮਾਸੂਮ ਵੀ ਹੈ, ਅਤੇ ਬਹੁਤ ਸ਼ਰਮੀਲੀ ਵੀ ਹੈ। ਉਹਦੀ ਸੁੰਦਰਤਾ ਕਰਕੇ ਹੀ ਉਹਨੂੰ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ ਹੈ। ਅਤੇ ਐਟ ਦ ਐਂਡ ਸ਼ੀ ਇਜ਼ ਹੀਰੋਇਨ ਆਫ ਦ ਨਾਵਲ, ਉਹ ਮੈਰੀ ਕਰ ਲੈਂਦੀ ਹੈ ਜੋਸਫ ਐਂਡਰਿਊਜ਼ ਨਾਲ, ਹੀਰੋ ਆਫ ਦ ਨਾਵਲ ਦੇ ਨਾਲ। The novel ends with their marriage. Next one, Sir Thomas Booby, ਜੋ ਕਿ ਅੰਕਲ ਹੈ ਕਿਹਦਾ, ਮਿਸਟਰ ਜੌਨ ਬੂਬੀ ਦਾ, ਅਤੇ ਹਸਬੈਂਡ ਹੈ ਲੇਡੀ ਬੂਬੀ ਦਾ। ਹੀ ਡਾਈਜ਼ अर्ਲੀ ਇਨ ਦ ਨਾਵਲ, ਬੁੱਕ 1 ਅਤੇ ਚੈਪਟਰ 5 ਦੇ ਵਿੱਚ ਹੀ ਉਹਦੀ ਡੈਥ ਹੋ ਜਾਂਦੀ ਹੈ। ਲੇਡੀ ਬੂਬੀ, ਵਾਈਫ ਆਫ ਸਰ ਥੋਮਸ ਬੂਬੀ, ਇਹਦਾ ਸ਼ੋਰਟ ਨੋਟ ਆ ਸਕਦਾ ਬੱਚੇ ਬਣ ਕੇ, ਬਹੁਤ ਧਿਆਨ ਨਾਲ ਕਰ ਲਓ। ਟੇਕਸ ਜੋਸਫ ਟੂ ਲੰਡਨ ਵਿਦ ਹਰ ਐਜ਼ ਅ ਸਰਵੈਂਟ, ਜੋਸਫ ਨੂੰ ਲੰਡਨ ਲੈ ਕੇ ਜਾਂਦੀ ਹੈ ਆਪਣਾ ਨੌਕਰ ਬਣਾ ਕੇ। ਅਟੈਂਪਟਸ ਟੂ ਸੈਡਿਊਸ ਜੋਸਫ ਐਂਡਰਿਊਜ਼, ਅਤੇ
ਆਪਣੇ ਹਸਬੈਂਡ ਦੀ ਡੈਥ ਤੋਂ ਬਾਅਦ, ਥੋਮਸ ਬੂਬੀ ਦੀ ਡੈਥ ਤੋਂ ਬਾਅਦ ਕੁਛ ਦਿਨਾਂ ਬਾਅਦ ਹੀ ਉਹ ਜੋਸਫ ਐਂਡਰਿਊਜ਼ ਨੂੰ ਆਪਣੇ ਬੈੱਡ ਚੈਂਬਰ ਦੇ ਵਿੱਚ ਬੁਲਾਉਂਦੀ ਹੈ ਐਂਡ ਟਰਾਈਜ਼ ਟੂ ਸਡਿਊਸ ਜੋਸਫ ਐਂਡਰਿਊਜ਼, ਉਹਦੇ ਨਾਲ ਜੋ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਡਿਸਮਿਸਿਸ ਜੋਸਫ ਫਰੋਮ ਦ ਸਰਵਿਸਿਜ਼, ਪਰ ਜਦੋਂ ਜੋਸਫ ਮਨਾ ਕਰ ਦਿੰਦਾ ਹੈ ਟੂ ਮੇਕ ਫਿਜ਼ੀਕਲ ਰਿਲੇਸ਼ਨਸ਼ਿਪ ਵਿਦ ਹਰ, ਤਾਂ ਉਹਨੂੰ ਡਿਸਮਿਸ ਕਰ ਦਿੰਦੀ ਹੈ ਨੌਕਰੀ ਤੋਂ। ਟਰਾਈਜ਼ ਟੂ ਪ੍ਰੀਵੈਂਟ ਮੈਰਿਜ ਆਫ ਜੋਸਫ ਐਂਡ ਫੈਨੀ, ਅਤੇ ਐਟ ਦਾ ਐਂਡ ਉਹ ਨਹੀਂ ਚਾਹੁੰਦੀ, ਜਦੋਂ ਉਹਨੂੰ ਮਹਿਸੂਸ ਹੁੰਦਾ ਕਿ ਮੈਂ ਗਲਤ ਕੀਤਾ, ਤਾਂ ਉਹ ਜੋਸਫ ਅਤੇ ਫੈਨੀ ਦੀ ਮੈਰਿਜ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਫੁੱਲ ਆਫ ਸੋਸ਼ਲ ਸੁਪੀਰੀਅਰਿਟੀ, ਮਤਲਬ ਉਹਦੇ ਅੰਦਰ ਸੁਪੀਰੀਅਰਿਟੀ ਕੰਪਲੈਕਸ ਹੈ ਕਿਉਂਕਿ ਅਰਿਸਟੋਕ੍ਰੈਟਿਕ ਫੈਮਿਲੀ ਨਾਲ ਡੀਲ ਕਰਦੀ ਹੈ। ਇੰਟਰਸਟਡ ਇਨ ਮੈਨ ਐਂਡ ਪਲੇਇੰਗ ਕਾਰਡ, ਉਹਦਾ ਮੇਨ ਸ਼ੌਂਕ ਹੀ ਹੈ ਆਦਮੀਆਂ ਦੇ ਵਿੱਚ ਸ਼ੌਂਕ ਰੱਖਣਾ ਅਤੇ ਤਾਸ਼ ਦੇ ਪੱਤੇ ਖੇਡਣਾ। ਮਿਸਿਸ ਸਲਿਪਸਲੌਪ, ਵੈਰੀ ਇੰਪੋਰਟੈਂਟ ਕਰੈਕਟਰ, ਵੈਰੀ ਇੰਪੋਰਟੈਂਟ ਕਰੈਕਟਰ, ਠੀਕ ਹੈ ਜੀ, ਧਿਆਨ ਨਾਲ ਯਾਦ ਕਰਨਾ ਹੈ। ਪੇਡ ਕੰਪੈਨੀਅਨ ਆਫ ਲੇਡੀ ਬੂਬੀ, ਠੀਕ ਹੈ, ਮਿਸਿਸ ਸਲਿਪਸਲੌਪ ਪੇਡ ਕੰਪੈਨੀਅਨ ਹੈ। ਇਹ ਵੀ ਕਿਊਰੇਟ ਦੀ ਬੇਟੀ ਹੈ, ਜਿਵੇਂ ਕਿ ਪਾਰਸ਼ਲ ਐਡਮ ਕਿਊਰੇਟ ਸੀ, ਐਵੇਂ ਇਹਦੇ ਫਾਦਰ ਵੀ ਕਿਊਰੇਟ ਹੈ। ਮਿਸ ਪ੍ਰੋਨਾਊਂਸਿਸ ਮੈਨੀ ਵਰਡਸ, ਕਈ ਸ਼ਬਦਾਂ ਨੂੰ ਗਲਤ ਬੋਲਦੀ ਹੈ। 43 ਈਅਰਸ ਓਲਡ ਹੈ, 43 ਸਾਲ ਦੀ ਏਜ ਹੈ। ਸ਼ਾਰਟ ਐਂਡ ਸਟਾਊਟ, ਛੋਟਾ ਕੱਦ ਹੈ ਪਰ ਥੋੜ੍ਹੀ ਮੋਟੀ ਹੈ, ਸਟਾਊਟ ਹੈ। ਤਾਂ ਇਹ ਕਈ ਸ਼ਬਦਾਂ ਨੂੰ ਗਲਤ ਬੋਲਦੀ ਹੈ, ਉਹਦੇ ਕਰਕੇ ਜੋ ਨਾਵਲ ਦੇ ਵਿੱਚ ਬਹੁਤ ਹਾਸਾ ਆਉਂਦਾ ਹੈ। ਸ਼ੀ ਕਨਫਿਊਜ਼ਿਜ਼ ਵਰਡਸ ਸਿਮਿਲਰ ਇਨ ਸਾਊਂਡਸ, ਅਤੇ ਇਹੋ ਜਿਹੇ ਸ਼ਬਦਾਂ ਨੂੰ ਕਨਫਿਊਜ਼ ਕਰਦੀ ਹੈ ਜਿਨ੍ਹਾਂ ਦੀ ਸਾਊਂਡ ਸੇਮ ਹੈ। ਸ਼ੀ ਫਾਲਸ ਇਨ ਲਵ ਵਿਦ ਜੋਸਫ ਐਂਡ ਟਰਾਈਜ਼ ਟੂ ਸਡਿਊਸ ਹਿਮ, ਇਹਨੂੰ ਵੀ ਜੋਸਫ ਨਾਲ ਪਿਆਰ ਹੋ ਜਾਂਦਾ ਹੈ ਅਤੇ ਇਹ ਜੋਸਫ ਨਾਲ ਇਹ ਵੀ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣਾ ਚਾਹੁੰਦੀ ਹੈ। ਤਾਂ ਇਹ ਬੇਟਾ ਕੰਟੈਂਪਰੇਰੀ ਸੁਸਾਇਟੀ ਦੇ ਫੀਚਰਸ ਦਿਖਾਏ ਗਏ ਹੈ ਕਿ ਇਹ ਅਰਿਸਟੋਕ੍ਰੈਟਿਕ ਫੈਮਿਲੀ ਹੋਵੇ, ਚਾਹੇ ਉਹ ਇੱਕ ਪੇਡ ਕੰਪੈਨੀਅਨ ਹੈ, ਤਾਂ ਉਹ ਸਾਰੇ ਹੀ ਜਿਹੜੇ ਹੈ ਉਹਨਾਂ ਦੇ ਜੋ ਕਰੈਕਟਰ ਹੈ ਉਹ ਠੀਕ ਨਹੀਂ ਹੈ। ਸੋਰਸ ਆਫ ਕਾਮੇਡੀ ਇਨ ਦਾ ਨਾਵਲ, ਅਤੇ ਇਹਦੇ ਕਰਕੇ ਇਹਦੇ ਵਰਡਸ ਗਲਤ ਬੋਲਣ ਕਰਕੇ ਬਹੁਤ ਜ਼ਿਆਦਾ ਜਿਹੜੀ ਕਾਮੇਡੀ ਹੈ ਇਸ ਨਾਵਲ ਦੇ ਵਿੱਚ ਦਿਖਾਈ ਗਈ ਹੈ। ਨੈਕਸਟ ਇਜ਼ ਪੈਮੇਲਾ ਐਂਡਰਿਊਜ਼, ਬੇਸਡ ਔਨ ਦਾ ਹੀਰੋਇਨ ਆਫ ਦ ਰਿਚਰਡਸਨਸ ਪੈਮੇਲਾ। ਤਾਂ ਰਿਚਰਡਸਨਸ ਦੀ ਪੈਮੇਲਾ 'ਤੇ ਬੇਸਡ ਹੀ ਹੈ ਜੋ ਪੈਮੇਲਾ ਦਾ ਕਰੈਕਟਰ ਹੈ। ਸਰਵੈਂਟ ਆਫ ਮਿਸਟਰ ਬੀ ਦੀ ਸਰਵੈਂਟ ਰਹੀ ਹੈ। ਫੇਲਿੰਗ ਟੂ ਸਡਿਊਸ ਪੈਮੇਲਾ, ਮਿਸਟਰ ਬੀ ਮੈਰਿਜ ਪੈਮੇਲਾ, ਮਿਸਟਰ ਬੀ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਨਹੀਂ ਬਣਾ ਪਾਏ, ਤਾਂ ਐਟ ਦਾ ਐਂਡ ਉਹਦੀ ਚੈਸਟਿਟੀ ਕਰਕੇ, ਉਹਦੀ ਮੋਡੈਸਟੀ ਕਰਕੇ ਉਹਦੇ ਨਾਲ ਮੈਰਿਜ ਕਰਵਾ ਲੈਂਦੇ ਹੈ। ਸਪੋਜ਼ ਸਿਸਟਰ ਆਫ ਜੋਸਫ ਐਂਡਰਿਊਜ਼ ਦੀ ਸਿਸਟਰ ਹੈ। ਵਰਚੁਅਸ, ਬਹੁਤ ਜ਼ਿਆਦਾ ਫੁੱਲ ਆਫ ਮਤਲਬ ਗੁਣਾਂ ਨਾਲ ਭਰਪੂਰ ਹੈ। ਮਾਡਲ ਆਫ ਚੈਸਟਿਟੀ, ਠੀਕ ਹੈ, ਉਹ ਮੇਨਟੇਨ ਕਰਦੀ ਹੈ ਕਿ ਉਹ ਬਿਲਕੁਲ ਵੀ ਆਪਣੀ ਜੋ ਮਿਸਟਰ ਬੀ ਦੇ ਨਾਲ ਜੋ ਹੈ ਫਿਜ਼ੀਕਲ ਰਿਲੇਸ਼ਨਸ਼ਿਪ ਮੇਨਟੇਨ ਨਹੀਂ ਕਰਦੀ ਬਿਫੋਰ ਦ ਮੈਰਿਜ। ਜੈਂਟਲ ਵੂਮੈਨ ਹੈ। ਆਬਜੈਕਟਸ ਔਨ ਦਾ ਮੈਰਿਜ ਆਫ ਜੋਸਫ ਐਂਡ ਫੈਨੀ, ਪਰ ਜਦੋਂ ਖੁਦ ਉਹ ਮਿਸਟਰ ਬੀ ਨਾਲ ਮੈਰਿਜ ਕਰਵਾ ਚੁੱਕੀ ਇੱਕ ਅਰਿਸਟੋਕ੍ਰੈਟਿਕ ਫੈਮਿਲੀ ਦੇ ਵਿੱਚ ਹੈ, ਅਤੇ ਉਹ ਆਬਜੈਕਟ ਕਰਦੀ ਹੈ, ਉਹਨੂੰ ਆਬਜੈਕਸ਼ਨ ਹੈ ਜੋਸਫ ਆਪਣੇ ਬ੍ਰਦਰ ਦੀ ਮੈਰਿਜ ਵਿਦ ਫੈਨੀ, ਜਿਹੜੀ ਕਿ ਲੋ ਕਲਾਸ ਨਾਲ ਬਿਲੋਂਗ ਕਰਦੀ ਹੈ। ਪੀਟਰ ਪਾਉਂਸ, ਸਟਿਊਅਰਡ ਟੂ ਲੇਡੀ ਬੂਬੀ ਦਾ ਜੋ ਸਭ ਕੁਛ ਹਿਸਾਬ ਕਿਤਾਬ ਰੱਖਦਾ ਹੈ ਲੈਣ ਦੇਣ ਦਾ। ਕਰਪਟ ਪਰਸਨ ਹੈ, ਹਮੇਸ਼ਾ ਹੇਰਾਫੇਰੀ ਕਰਦਾ ਹੈ ਕੈਲਕੂਲੇਸ਼ਨਸ ਦੇ ਵਿੱਚ। ਜਦੋਂ ਉਹਨੇ ਸੈਲਰੀ ਬਣਾਉਣੀ ਹੁੰਦੀ ਹੈ ਜੋਸਫ ਐਂਡਰਿਊਜ਼ ਦੀ ਜਾਣ ਲੱਗੇ, ਉਹਦੇ ਵਿੱਚ ਵੀ ਗੜਬੜੀ ਕਰਦਾ ਹੈ। ਗਰੋਜ਼ ਰਿਚ ਬਾਈ ਹੋਲਡਿੰਗ ਸੈਲਰੀਜ਼ ਆਫ ਸਰਵੈਂਟਸ, ਤਾਂ ਸਰਵੈਂਟਸ ਦੀ ਸੈਲਰੀ ਨੂੰ ਜੋ ਹੋਲਡ ਕਰਕੇ ਰੱਖਦਾ ਹੈ ਅਤੇ ਉਹਦੇ ਕਰਕੇ ਉਹ ਅਮੀਰ ਹੋ ਗਿਆ ਹੈ। ਚਾਰਜ ਹਾਈ ਇੰਟਰਸਟ ਔਨ ਲੋਨ, ਅਤੇ ਲੋਨ 'ਤੇ ਬਹੁਤ ਹਾਈ ਇੰਟਰਸਟ ਚਾਰਜ ਕਰਦਾ ਹੈ। ਮਿਸਟਰ ਵਿਲਸਨ ਫਾਦਰ ਹੈ ਜੋਸਫ ਐਂਡਰਿਊਜ਼ ਦਾ, ਵੈਲ ਐਜੂਕੇਟਡ ਹੈ, ਚੰਗੇ ਪਰਿਵਾਰ ਦੇ ਵਿੱਚ ਉਹਦਾ ਜਨਮ ਹੋਇਆ ਹੈ। ਲੰਡਨ ਦੇ ਵਿੱਚ ਚਲਾ ਜਾਂਦਾ ਹੈ ਬੇਟਾ, ਬਹੁਤ ਪੈਸਾ ਬਰਬਾਦ ਕੀਤਾ ਉਹਨੇ ਫੈਸ਼ਨ 'ਤੇ। ਡੈਸਟੀਟਿਊਡ ਐਂਡ ਇੰਪ੍ਰਿਜ਼ਨਡ, ਠੀਕ ਹੈ, ਉਹਦਾ ਗਲਤ ਰਿਲੇਸ਼ਨਸ਼ਿਪ ਹੋਣ ਕਰਕੇ ਗਰਲਸ ਦੇ ਨਾਲ ਉਹਨੂੰ ਬਹੁਤ ਵਾਰੀ ਜੇਲ੍ਹ ਵੀ ਹੋਈ ਹੈ, ਪਰ ਉਹਨੂੰ ਇੱਕ ਸੇਵਡ ਬਾਏ ਅ ਵੂਮੈਨ, ਇੱਕ ਉਹਨੂੰ ਵੂਮੈਨ ਬਚਾ ਲੈਂਦੀ ਹੈ ਜਿਹਦੇ ਨਾਲ ਹੀ ਉਹਦੀ ਮੈਰਿਜ ਹੋ ਜਾਂਦੀ ਹੈ। ਹਿਸ ਸਨ ਵਾਜ਼ ਸਟੋਲਨ ਬਾਏ ਜਿਪਸੀਜ਼, ਅਤੇ ਉਹਦੇ ਛੋਟਾ ਜਿਹੇ ਬੇਟੇ ਨੂੰ ਜਿਹਦੇ ਕਿ ਬ੍ਰੈਸਟ 'ਤੇ ਇੱਕ ਸਟ੍ਰਾਬੇਰੀ ਮਾਰਕ ਸੀ, ਉਹਨੂੰ ਜਿਪਸੀਜ਼ ਉਠਾ ਕੇ ਲੈ ਜਾਂਦੇ ਹੈ ਛੋਟਾ ਹੁੰਦਾ ਜੋ। ਤਾਂ ਐਂਡ 'ਤੇ ਉਹੀ ਪਰਸਨ ਕੌਣ ਨਿਕਲਦਾ, ਸਾਡਾ ਇੰਪੋਰਟੈਂਟ ਕਰੈਕਟਰ, ਦੈਟ ਇਜ਼ ਜੋਸਫ ਐਂਡਰਿਊਜ਼, ਠੀਕ ਹੈ ਜੀ, ਜੋਸਫ ਐਂਡਰਿਊਜ਼। ਨੈਕਸਟ ਵਨ, ਸਕੁਆਇਰ ਬੂਬੀ, nephew of lady booby, husband of Pamela. Squire Booby is based on Mr. B in Richardson's Pamela, ठीक है।
then Bute Dapper नेगेटिव करैक्टर है टिपिकल लेट 17th सेंचुरी है 18th सेंचुरी ਦੇ ਵਿੱਚ ਜੋ ਦਾ ਕਰੈਕਟਰ ਹੈ ਇਹ ਅਟੈਂਪਟਸ ਟੂ ਰੇਪ ਫੈਨੀ ਨੂੰ ਜਿਹੜਾ ਹੈ ਰੇਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪਾਰਸਨ ਟਰੂਲੀਬਰ ਇਹ ਵੀ ਕਾਮਿਕ ਫਿਗਰ ਹੈ ਬਹੁਤ ਰਫ ਜਿਹਾ ਕਰੈਕਟਰ ਹੈ ਹੌਗ ਜੋ ਜੰਗਲੀ ਕੁੱਤੇ ਨੂੰ ਵੇਚਣ ਦੀ ਜਿਹੜੀ ਹੈਗੀ ਹੈ ਇਹਦਾ ਕੰਮ ਹੈ ਸ਼ੋਰਟ ਸਟੈਚਰ ਮਤਲਬ ਇਹਦਾ ਬਹੁਤ ਛੋਟਾ ਜਿਹਾ ਕੱਦ ਹੈ ਫਨੀ ਪੋਰਟਰੇਟ डिसरिस्पैक्ट पार्सन तो पार्सन की बहुत ज़्यादा बेइज्जती करता है बैटी बहुत अच्छा करैक्टर है लेडी बूबी दी सर्वेंट है कॉमिक सिचुएशन कॉमिक सीन बड़े रिलेटेड आए है इस दे विच प्रोवाइड्स ह्यूमरस कॉमेंट्री ऑन हर मिस्ट्रेस बिहेवियर तो मिसिस स्टोवहाउस के बिहेवियर तो बहुत ज़्यादा ह्यूमरस कॉमेडी कर जो गल्लां बातां करदी है तो बट बहुत हैल्प करती है जोसेफ एंड्रयूज़ की ਜਦੋਂ ਉਹ ਪ੍ਰੋਬਲਮ ਦੇ ਵਿੱਚ ਹੁੰਦਾ ਹੈ ਨੈਕਸਟ ਵਨ ਦ ਪੈਡਲਰ ਪੂਅਰ ਹੈ ਗਰੀਬ ਹੈ ਪਰ ਬਹੁਤ ਵਧੀਆ ਕਰੈਕਟਰ ਹੈ ਇਨਸਾਈਟਫੁਲ ਕਰੈਕਟਰ ਹੈ ਪਲੇਜ਼ ਕ੍ਰੂਸ਼ੀਅਲ ਰੋਲ ਨੀਅਰ ਦ ਐਂਡ ਆਫ ਦ ਨੋਵਲ ਇਹਦੇ ਕਰਕੇ ਹੀ ਜੋਸਫ ਐਂਡਰਿਊਜ਼ ਦੀ ਆਇਡੈਂਟਿਟੀ ਰਿਵੀਲ ਹੁੰਦੀ ਹੈ ਕਿ ਉਹ ਕਿਸ ਦਾ ਬੇਟਾ ਹੈ ਰਿਵੀਲਸ ਅ ਸੀਕ੍ਰੇਟ ਆਫ ਜੋਸਫਸ ਪੇਰੈਂਟਸ ਕਿ ਜੋਸਫ ਦੇ ਪੇਰੈਂਟਸ ਮਿਸਟਰ ਤੇ ਮਿਸਿਸ ਵਿਲਸਨ ਹੈ ਇਹਦੇ ਕਰਕੇ ਹੀ ਪਤਾ ਚੱਲਦਾ ਹੈ माइनर करैक्टर है पर इंपॉर्टेंट करैक्टर है क्योंकि ये करके ही पूरी कहानी चेंज हो जाती है मिसिस स्टोवहाउस बहुत ग्रीडी बहुत चलाक श्यूड वाइफ है इनकीपर है काइंडनेस उसके अंदर बिल्कुल नहीं है एक इन चला रही है जो जिहदे विच जोसेफ एंड्रयू सब तो पहला जाता है आफ्टर जदों उन्होंने लेडी बूबी निकाल दिंदी है मिस्टर स्टोवहाउस ये भी ऑनर है इनका लेडी टिटल एंड लेडी टैटल ये दो गोसिप ਕਰਨ ਵਾਲੀਆਂ ਅਰਿਸਟੋਕ੍ਰੈਟਿਕ ਲੇਡੀਜ਼ ਹੈ ਅਮੀਰ ਘਰਾਣੇ ਦੀਆਂ ਲੇਡੀਜ਼ ਹੈ ਜਿਹੜੀਆਂ ਕਿ ਰੂਮਰਸ ਅਫਵਾਹਾਂ ਫੈਲਾਉਂਦੀਆਂ ਇੱਧਰ ਤੋਂ ਉੱਧਰ ਲਾਇਰ ਸਕਾਊਟ ਇੱਕ ਡਿਸਰਿਪਿਊਟੇਬਲ ਲਾਇਰ ਹੈ ਜਿਹੜਾ ਕਿ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਬਿਲਕੁਲ ਵੀ ਓਨੈਸਟ ਨਹੀਂ ਹੈ ਟੌਮਸ ਸਕਬਰਾਈ ਮਤਲਬ ਇਹ ਕਿ ਇੱਕ ਕਾਂਸਟੇਬਲ ਹੈ ਜਿਹੜਾ ਕਿ ਬਿਲਕੁਲ ਵੀ ਰੋਬਰਸ ਨੂੰ ਅਟੈਕਰਸ ਨੂੰ कैच नहीं कर सकता फड़ नहीं सकता हू बीट एंड रोब्ड जोसफ जोड़े कि जिन्होंने जोसफ नू मारिया तो उस बाद उन्होंने जोड़ा है रॉब किया तो चोरी कर ली द पोस्टिलियन कौन है एक काइंड जनरस इंसान है ही ऑफर्स कोट एंड हैल्प जोसफ वैन ही इज़ नेक्ड एक ही कोच दे विच हुंदा है कि जोड़ा सिर्फ यही हुंदा है कि ਹੈਲਪ ਕਰਨਾ ਚਾਹੁੰਦਾ ਹੈ ਕਿਹਦੀ ਜੋਸਫ ਦੀ ਜਦੋਂ ਕਿ ਉਹਨੂੰ ਡਿਚ ਦੇ ਵਿੱਚ ਸੁੱਟ ਜਾਂਦੇ ਹੈ ਅਤੇ ਬਿਲਕੁਲ ਉਹ ਨੇਕਡ ਹੁੰਦਾ ਨੰਗਾ ਹੁੰਦਾ ਤਾਂ ਪੋਸਟੀਲੀਅਨ ਹੀ ਉਹਨੂੰ ਕੋਟ ਆਫਰ ਕਰਦਾ ਉਹਦੀ ਹੈਲਪ ਕਰਦਾ ਹੈ ਨੈਕਸਟ ਹੈ ਐਨ ਓਮਨੀਸ਼ੀਐਂਟ ਨਰੇਟਰ ਇਸ 'ਤੇ ਸ਼ੋਰਟ ਆਊਟ ਆਇਆ ਬੱਚੇ ਓਮਨੀਸ਼ੀਐਂਟ ਨਰੇਟਰ ਇਹ ਸਟੋਰੀ ਕਿਹਨੇ ਸੁਣਾਈ ਹੈ ਪਲੋਟ ਕਿਹਨੇ ਸੁਣਾਇਆ ਹੈ ਇਹਦੀ ਕਮੈਂਟਰੀ ਕੀਤੀ ਗਈ ਇੱਕ ਨਰੇਟਰ ਦੁਆਰਾ ਜੋ ਕਿ ਓਮਨੀਸ਼ੀਐਂਟ ਹੈ ਮੀਨਸ ਪ੍ਰੈਜ਼ੈਂਟ ਐਵਰੀਵੇਅਰ ਇਨ ਦ नॉवल फ्रॉम स्टार्टिंग टू एंड ठीक है तो इस नॉवल की सैटिंग इस तरीके है कि इन्हों नरेट किया गया एक नरेटर द्वारा कहानी सुनाई गई नरेटर द्वारा जोड़ा कि ओमनीशेंट है प्रेजेंट एवरीवेयर इन द नॉवल हैरियट मिसिज विल्सन की वाइफ है तो जोसेफ एंड्रयूज़ की मदर है बहुत इस तरह का करैक्टर जो बहुत घट आया इस नॉवल के मिस्टर बारनबास एक क्लर्जीमैन है इंजॉयज अर्थली प्लैजर इस दुनियावी ਜਿਹੜੇ ਹੈਗੇ ਪਲੈਜ਼ਰ ਨੂੰ ਜਿਹੜਾ ਇੰਜੋਏ ਕਰਦੇ ਆ ਬਿਲਕੁਲ ਆਪਣੇ ਪ੍ਰੋਫੈਸ਼ਨ ਤੋਂ ਉਲਟ ਕੋਈ ਵੀ ਸਿਰਫ ਪੈਸਾ ਕਮਾਉਣ ਦਾ ਪ੍ਰੋਫੈਸ਼ਨ ਹੈ ਕਮਸ ਟੂ ਮਿਸਟਰ ਟੋਵਾਉਸ ਇਨ ਆਰਡਰ ਟੂ ਗਿਵ ਲਾਸਟ ਰਾਈਟਸ ਟੂ ਗ੍ਰੇਵਲੀ ਇੰਜਰਡ ਜੋਸਫ ਐਂਡਰਿਊਜ਼ ਜੋ ਕਿ ਮਰ ਰਿਹਾ ਹੈ ਠੀਕ ਹੈ ਬਹੁਤ ਜ਼ਿਆਦਾ ਜ਼ਖਮੀ ਹੈ ਅਤੇ ਉਹਨੂੰ ਅਖੀਰਲੇ ਰਿਚੁਅਲਸ ਕਰਨ ਦੇ ਲਈ ਉਹ ਉੱਥੇ ਆਉਂਦਾ ਹੈ आके कहता है कि आई एम हेयर टू सेंड यू टू डू अनदर वर्ड मतलब उन्होंने बचाना नहीं चाहता उन्होंने मारना ही चाहता है बेलरमाइन ये एक प्लॉट के सब प्लॉट है ये भी शॉर्ट नोट आ सकता है बच्चे सब प्लॉट स्टोरी है बेलरमाइन लिनोरा दी करैक्टर ऑफ द स्टोरी विद इन द स्टोरी दैट अ वूमन टेल्स इन अ कोच एवें लिनोरा भी इंपॉर्टेंट करैक्टर है उस स्टोरी का हीरो तो हीरोइन है सर्जन हू ट्रीट्स जोसफ एंड्रयूज़ इंजरीज ਐਟ ਮਿਸਟਰ ਟੋਵਾਉਸ ਇਨ ਜਿਹੜੇ ਕਿ ਮਿਸਟਰ ਟੋਵਾਉਸ ਦੇ ਇਨ ਦੇ ਵਿੱਚ ਜੋਸਫ ਐਂਡਰਿਊਜ਼ ਜਿਹੜੀਆਂ ਜ਼ਖਮਾਂ ਨੂੰ ਜੋ ਹੈ ਮੱਲਮ ਪੱਟੀ ਕਰਦਾ ਹੈ ਇਹ ਸੀ ਬੱਚੇ ਸਾਰੇ ਹੀ ਮੇਜਰ ਅਤੇ ਮਾਈਨਰ ਕਰੈਕਟਰ
ਮੈਂ ਬਹੁਤ ਮਿਹਨਤ ਨਾਲ ਇਹ ਸਾਰੇ ਕਲੈਕਟ ਕਰਕੇ ਇਹਨਾਂ ਦੇ ਮੇਜਰ ਤੇ ਮਾਈਨਰ ਕਰੈਕਟਰ ਦੇ ਸਾਰੇ ਲਿਖੇ। ਕੋਈ ਵੀ ਮਾਈਨਰ ਕਰੈਕਟਰ ਤੁਹਾਨੂੰ 2 ਮਾਰਕਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ। ਤੇ ਆਰਟ ਆਫ ਕਰੈਕਟਰਾਈਜੇਸ਼ਨ ਕੁਐਸਚਨ ਆ ਗਿਆ, ਆਰਟ ਆਫ ਕਰੈਕਟਰਾਈਜੇਸ਼ਨ ਕੁਐਸਚਨ ਆ ਗਿਆ ਤਾਂ ਵੀ ਤੁਸੀਂ ਇਹ ਸਾਰਾ ਹੀ ਲਿਖ ਸਕਦੇ ਹੋ, ਬਹੁਤ ਵਧੀਆ ਤਰੀਕੇ ਨਾਲ ਮੈਂਸ਼ਨ ਕਰ ਸਕਦੇ ਹੋ ਕਿ ਜੋਸਫ ਐਂਡਰਿਊਸ ਦੇ ਵਿੱਚ ਹੈਨਰੀ ਫੀਲਡਿੰਗ ਨੇ ਕਿਵੇਂ ਸਾਰੇ ਕਰੈਕਟਰਸ ਨੂੰ ਫਰੇਮ ਕੀਤਾ ਹੈ। ਥੈਂਕ ਯੂ, ਗੋਡ ਬਲੈਸ ਯੂ। ਉਮੀਦ ਕਰਦੀ ਹਾਂ ਮੇਰੀ ਇਹ ਵੀਡੀਓ ਹੈਲਪ ਕਰੇਗੀ ਤੁਹਾਨੂੰ ਈਜ਼ੀਲੀ ਅੰਡਰਸਟੈਂਡ ਕਰਨ ਦੇ ਵਿੱਚ ਕਿਹੜੇ ਕਿਹੜੇ ਕਰੈਕਟਰਸ ਹੈ। ਇੱਕ ਹੋਰ ਇਨਫੋਰਮੇਸ਼ਨ ਵਿਚ ਆਈ ਵੁੱਡ ਲਾਈਕ ਟੂ ਗਿਵ ਯੂ ਕਿ ਜੋਸਫ ਐਂਡਰਿਊਸ ਕਿਵੇਂ ਲਿਖਿਆ ਗਿਆ ਹੈ। ਹੈਨਰੀ ਫੀਲਡਿੰਗ ਨੇ ਲਿਖਿਆ ਹੈ ਇਨਟੂ, ਪਹਿਲਾਂ ਤਾਂ ਇੱਕ ਪ੍ਰੀਫੇਸ ਹੈ, ਮਤਲਬ ਬੁੱਕ ਤੋਂ ਪਹਿਲਾਂ ਜੋ ਲਿਖਿਆ ਜਾਂਦਾ ਹੈ ਪ੍ਰੀਫੇਸ ਹੈ, ਫਿਰ ਇਹਦੀਆਂ 4 ਕਿਤਾਬਾਂ ਹੈ, ਫਿਰ 4 ਕਿਤਾਬਾਂ ਦੇ ਵਿੱਚ ਅੱਗੇ ਚੈਪਟਰਸ ਹੈ। ਇਹ ਧਿਆਨ ਨਾਲ ਸਮਝ ਲਓ, ਚਾਹੇ ਤੁਸੀਂ UGC ਨੈਟ ਮਾਸਟਰ ਕੈਡਰ ਦਾ ਪੇਪਰ ਦੇਣਾ ਦੇ ਵਿੱਚ ਆ ਸਕਦਾ ਹੈ। ਪ੍ਰੀਫੇਸ ਹੈ ਪਹਿਲਾਂ, ਦੈਨ 4 ਬੁੱਕਸ ਹੈ। ਬੁੱਕ 1 ਦੇ ਵਿੱਚ 18 ਚੈਪਟਰ ਹੈ, ਬੁੱਕ 2 ਦੇ ਵਿੱਚ 17 ਚੈਪਟਰ ਹੈ, ਬੁੱਕ 3 ਦੇ ਵਿੱਚ 13 ਤੇ ਬੁੱਕ 4 ਦੇ ਵਿੱਚ 16। Book 1 contains 18 chapters, Book 2 contains 17, Book 3 contains 13 and Book 4 contains 16 chapters of Joseph Andrews. तो ये सी बेटा Joseph Andrews, important characters about Henry Fielding and all. उम्मीद कर दिया समझ आया। Please share the video to the ready student. Thank you. God bless you. Keep watching and sharing.